ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਈ ਪਾਪਣ ਪੂਤਨਾ ਦੁਹੀ ਥਣੀ ਵੇਹੁ ਲਾਏ ਵਹੇਲੀ। ਆਈ ਬੈਠੀ ਪਰਿਵਾਰ ਵਿੱਚ ਨੇਹ ਲਾਏ ਨਵਹਾਣ ਨਵੇਲੀ। ਕੁਛੜ ਲਏ ਗੋਬਿੰਦ ਰਾਏ ਘਰ ਚੇਟਕ ਚਤੁਰੰਗ ਮਹੇਲੀ। ਮੋਹਣ ਮੰਮੇ ਪਾਇਓਨ ਬਾਹਰ ਆਈ ਗਰਭ ਗਹੇਲੀ। ਦੇਹ ਵਧਾਏ ਉਚਾਇਨ ਤਿਹ ਚਰਿਆਰ ਨਾਰ ਅਠ ਖੇਲੀ। ਤਿਹੁ ਲੋਆਂ ਦਾ ਭਾਰ ਦੇ ਚੰਬੜਿਆ ਗਲ ਹੋਏ ਦੁਹੇਲੀ। ਖਾਏ ਪਛਾੜ ਪਹਾੜ ਵਾਂਗ ਜਾਏ ਪਈ ਉਜਾੜ ਧਕੇਲੀ। ਕੀਤੀ ਮਾਊ ਤੁਲ ਸਹੇਲੀ। ਖਾਏ ਪਛਾੜ ਪਹਾੜ ਵਾਂਗ ਜਾਏ ਪਈ ਉਜਾੜ ਧਕੇਲੀ। ਕੀਤੀ ਮਾਊ ਤੁਲ ਸਹੇਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦੀ ਵਾਰ ਸਾਂਝੀ ਕੀਤੀ ਹੈ। ਆਪ ਜੀ ਨੇ ਭਾਈ ਗੁਰਦਾਸ ਜੀ ਦੀ ਵਾਰ ਦਾ ਪਾਠ ਸਰਵਣ ਕੀਤਾ ਹੈ। ਆਓ ਇਸ ਵਾਰ ਦੇ ਆਧਾਰ ਤੇ ਆਪ ਜੀ ਦੇ ਨਾਲ ਪੂਤਨਾ ਦੀ ਸਾਖੀ ਸਾਂਝੀ ਕਰਦੇ ਹਾਂ। ਪੂਤਨਾ ਕੌਣ ਸੀ? ਉਹ ਇੱਕ ਰਾਖਸ਼ ਬੁੱਧੀ ਵਾਲੀ ਤੇ ਰਾਖਸ਼ਾਂ ਦੇ ਕਰਮ ਕਰਨ ਵਾਲੀ ਇਸਤਰੀ ਸੀ। ਇਸ ਨੂੰ ਕ੍ਰਿਸ਼ਨ ਜੀ ਦੇ ਮਾਰਨ ਲਈ ਕੰਸ ਨੇ ਗੋਕਲ ਵਿੱਚ ਭੇਜਿਆ ਸੀ। ਕ੍ਰਿਸ਼ਨ ਜੀ ਕੰਸ ਜੀ ਜੇਲ੍ਹ ਵਿੱਚ ਜਨਮੇ ਤੇ ਗੋਕਲ ਵਿੱਚ ਕਿਵੇਂ ਪੁੱਜੇ, ਇਹ ਇੱਕ ਅਜੀਬ ਕਹਾਣੀ ਹੈ ਤੇ ਜਿਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਭੂ ਜਿਸ ਨੂੰ ਰੱਖਣਾ ਚਾਹਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ। ਸਾਧ ਸੰਗਤ ਜੀ ਦੱਸਦੇ ਹਨ ਕਿ ਦੇਵਕੀ ਕ੍ਰਿਸ਼ਨ ਜੀ ਦੀ ਮਾਤਾ ਕੰਸ ਦੀ ਚਾਚੇ ਦੀ ਧੀ ਭੈਣ ਸੀ। ਇਹ ਵਾਸਦੇਵ ਜੀ ਨਾਲ ਵਿਆਹੀ ਹੋਈ ਸੀ। ਕੰਸ ਨੂੰ ਇੱਕ ਜੋਤਸ਼ੀ ਨੇ ਦੱਸਿਆ ਸੀ ਕਿ ਇਸ ਤੇਰੀ ਚਾਚੇ ਦੀ ਧੀ ਭੈਣ ਦੇ ਪੇਟੋਂ ਜੋ 8ਵਾਂ ਬੱਚਾ ਹੋਵੇਗਾ ਉਸਨੇ ਤੇਰਾ ਦੁਸ਼ਮਣ ਬਣ ਜਾਣਾ ਹੈ ਤੇ ਉਸਦੇ ਹੱਥੋਂ ਤੇਰੀ ਮੌਤ ਹੋਣੀ ਹੈ। ਇਹ ਜੋਤਿਸ਼ ਦਾ ਇਲਮ ਦੱਸ ਰਿਹਾ ਹੈ, ਇਸ ਲਈ ਕੋਈ ਉਪਾਅ ਕਰ ਲੈ। ਕੰਸ ਉਸ ਸਮੇਂ ਮਥੁਰਾ ਦਾ ਰਾਜਾ ਸੀ। ਉਸਨੇ ਦੇਵਕੀ ਤੇ ਵਾਸਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਵਿੱਚ ਡੱਕ ਦਿੱਤਾ। ਉਸਨੇ ਜੇਲ੍ਹ ਅੱਗੇ ਖਾਸ ਪਹਿਰਾ ਲਾ ਕੇ ਪਹਿਰੇਦਾਰ ਨੂੰ ਹੁਕਮ ਦਿੱਤਾ ਕਿ ਜਦ ਵੀ ਦੇਵਕੀ ਦੇ ਘਰ ਬੱਚਾ ਪੈਦਾ ਹੋਵੇ ਮੈਨੂੰ ਤੁਰੰਤ ਖਬਰ ਦਿਓ। ਸੋ ਦੱਸਦੇ ਹਨ ਕਿ ਇਸੇ ਤਰ੍ਹਾਂ 6 ਬੱਚੇ ਦੇਵਕੀ ਜੀ ਦੇ ਜਨਮੇ। ਕੰਸ ਨੇ ਮਰਵਾ ਦਿੱਤੇ। 7ਵੀਂ ਵਾਰ ਲੜਕੀ ਪੈਦਾ ਹੋਈ ਤੇ ਉਸ ਨੂੰ ਜਦ ਬਾਹਰ ਲਿਜਾ ਕੇ ਪਟਕਾ ਕੇ ਮਾਰਨ ਲੱਗੇ ਤਾਂ ਉਹ ਹੱਥਾਂ ਵਿੱਚੋਂ ਨਿਕਲ ਕੇ ਅਸਮਾਨ ਵੱਲ ਉੱਡ ਗਈ ਤੇ ਬੜੀ ਗਰਜ ਤੇ ਕੜਕਵੀਂ ਆਵਾਜ਼ ਨਾਲ ਆਕਾਸ਼ਬਾਣੀ ਹੋਈ। ਕੰਸ, ਤੂੰ ਕਾਮਯਾਬ ਨਹੀਂ ਹੋ ਸਕੇਗਾ। ਤੇਰਾ ਸ਼ਤਰੂ ਹੁਣ ਜਨਮ ਲਵੇਗਾ ਤੇ ਉਸ ਨੂੰ ਨਹੀਂ ਮਾਰ ਸਕੇਗਾ। ਕੰਸ ਨੂੰ ਖਬਰ ਦਿੱਤੀ ਗਈ ਤਾਂ ਉਹ ਬੜਾ ਹੈਰਾਨ ਤੇ ਅਚਰਜ ਹੋਇਆ। ਉਸਨੇ ਦੇਵਕੀ ਤੇ ਵਾਸਦੇਵ ਦੁਆਲੇ ਪਹਿਰਾ ਹੋਰ ਸਖਤ ਕਰ ਦਿੱਤਾ। ਜਦ ਦੇਵਕੀ ਦੇ ਗਰਭਵਤੀ ਹੋਣ ਦੀ ਉਸ ਨੂੰ ਖਬਰ ਮਿਲੀ ਤਾਂ ਹੁਣ ਉਸਨੇ ਵਾਸਦੇਵ ਤੇ ਦੇਵਕੀ ਜੀ ਨੂੰ ਸੰਗਲ ਪਵਾ ਦਿੱਤੇ। ਟੱਟੀ ਪਿਸ਼ਾਬ ਆਦਿਕ ਦੀ
ਕਿਰਿਆ ਕਰਨ ਤੋਂ ਵੀ ਇਸ ਪਾਪੀ ਨੇ ਉਹਨਾਂ ਨੂੰ ਔਖਾ ਕਰ ਦਿੱਤਾ। ਦੱਸਦੇ ਹਨ ਕਿ ਜਦ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਵਾਸੁਦੇਵ ਤੇ ਦੇਵਕੀ ਜੀ ਦੇ ਸੰਗਲ ਆਪਣੇ ਆਪ ਹੀ ਟੁੱਟ ਗਏ। ਉਸ ਸਮੇਂ ਹੀ ਗੋਕਲ ਵਿੱਚ ਰਾਜਾ ਨੰਦ ਦੇ ਘਰ ਯਸ਼ੋਦਾ ਦੀ ਕੁੱਖੋਂ ਇੱਕ ਲੜਕੀ ਦਾ ਜਨਮ ਹੋਇਆ। ਰਾਜਾ ਵਾਸੁਦੇਵ ਜੀ ਦਾ ਮਿੱਤਰ ਸੀ। ਵਾਸੁਦੇਵ ਜੀ ਨੇ ਬਾਲਕ ਕ੍ਰਿਸ਼ਨ ਜੀ ਨੂੰ ਚੁੱਕ ਲਿਆ ਤੇ ਜੇਲ੍ਹੋਂ ਬਾਹਰ ਨਿਕਲ ਗਿਆ। ਅੱਗੇ ਜਮਨਾ ਸੀ। ਜਮਨਾ ਵਿੱਚੋਂ ਦੀ ਲੰਘ ਕੇ ਗੋਕਲ ਨੂੰ ਜਾਣਾ ਸੀ। ਜਮਨਾ ਵਿੱਚੋਂ ਵਾਸੁਦੇਵ ਲੰਘਣ ਲੱਗਾ ਤਾਂ ਜਮਨਾ ਚੜ੍ਹਨੀ ਸ਼ੁਰੂ ਹੋ ਗਈ। ਵਾਸੁਦੇਵ ਜੀ ਦੇ ਗਲ ਤੱਕ ਪਾਣੀ ਆਇਆ ਤਾਂ ਉਹ ਬੜੇ ਘਬਰਾਏ। ਕ੍ਰਿਸ਼ਨ ਜੀ ਨੂੰ ਬਚਾਉਣ ਦੇ ਖਿਆਲ ਨਾਲ ਉਹਨਾਂ ਨੂੰ ਉੱਚਾ ਉੱਚਾ ਚੁੱਕਣ ਲੱਗੇ ਤਾਂ ਪਾਣੀ ਮੂੰਹ ਤੱਕ ਆ ਗਿਆ। ਇਸ ਸਮੇਂ ਆਕਾਸ਼ਬਾਣੀ ਹੋਈ, ਵਾਸੁਦੇਵ, ਮੈਂ ਕ੍ਰਿਸ਼ਨ ਦੀ ਚਰਨ ਛੋਹ ਲੈਣਾ ਚਾਹੁੰਦੀ ਹਾਂ ਤੇ ਤੂੰ ਉਹਨਾਂ ਨੂੰ ਉੱਚਾ ਉੱਚਾ ਕਰਦਾ ਜਾ ਰਿਹਾ ਹੈ, ਇਸ ਲਈ ਔਖਾ ਨਾ ਹੋ। ਭਗਵਾਨ ਜੀ ਨੂੰ ਥੱਲੇ ਕਰ। ਇਹਨਾਂ ਦੇ ਚਰਨ ਜਦ ਮੈਨੂੰ ਛੂਹ ਗਏ ਮੈਂ ਆਪੇ ਥੱਲੇ ਹੋ ਜਾਵਾਂਗੀ ਤੇ ਤੂੰ ਆਰਾਮ ਨਾਲ ਲੰਘ ਜਾਵੀਂ। ਵਾਸੁਦੇਵ ਜੀ ਨੂੰ ਅੱਗੇ ਹੀ ਯਕੀਨ ਸੀ ਕਿ ਸਾਡੇ ਘਰ ਭਗਵਾਨ ਨੇ ਪ੍ਰਗਟ ਹੋਣਾ ਹੈ, ਸੋ ਉਸਨੇ ਝੱਟ ਆਪ ਹੀ ਭਗਵਾਨ ਕ੍ਰਿਸ਼ਨ ਜੀ ਦੇ ਨਿੱਕੇ ਨਿੱਕੇ ਚਰਨ ਜਮਨਾ ਦੇ ਪਾਣੀ ਨਾਲ ਛੁਆ ਦਿੱਤੇ। ਫਿਰ ਕੀ ਸੀ, ਪਾਣੀ ਝੱਟ ਥੱਲੇ ਹੋ ਗਿਆ ਤੇ ਵਾਸੁਦੇਵ ਜੀ ਬੜੇ ਸੁਖੈਨ ਢੰਗ ਨਾਲ ਜਮਨਾ ਤੋਂ ਪਾਰ ਹੋ ਗਏ। ਗੋਕਲ ਪੁੱਜ ਕੇ ਵਾਸੁਦੇਵ ਜੀ ਰਾਜਾ ਨੰਦ ਜੀ ਦੇ ਘਰ ਪੁੱਜੇ। ਨੰਦ ਜੀ ਨੂੰ ਮਿਲ ਕੇ ਵਾਸੁਦੇਵ ਜੀ ਨੇ ਕ੍ਰਿਸ਼ਨ ਜੀ ਨੂੰ ਉੱਥੇ ਰੱਖ ਦਿੱਤਾ ਤੇ ਉਹਨਾਂ ਦੀ ਲੜਕੀ ਚੁੱਕ ਲਈ। ਯਸ਼ੋਦਾ ਨੂੰ ਲੜਕੀ ਦੀ ਥਾਂ ਲੜਕਾ ਮਿਲ ਗਿਆ। ਉਹ ਬਹੁਤ ਪ੍ਰਸੰਨ ਹੋਈ। ਵਾਸੁਦੇਵ ਜੀ ਲੜਕੀ ਨੂੰ ਲੈ ਕੇ ਫਿਰ ਵਾਪਸ ਜੇਲ੍ਹ ਵਿੱਚ ਹੀ ਪੁੱਜ ਗਏ। ਆਪ ਜੀ ਨੂੰ ਵਾਪਸ ਪੁੱਜਣ ਮਗਰੋਂ ਫਿਰ ਉਸੇ ਤਰ੍ਹਾਂ ਪਹਿਲੇ ਵਾਂਗ ਹੀ ਸੰਗਲ ਵੱਜ ਗਏ। ਕੰਸ ਨੂੰ ਖਬਰ ਹੋਈ ਤਾਂ ਉਸਨੇ ਝੱਟ ਹੀ ਬੱਚੇ ਨੂੰ ਮਾਰ ਦੇਣ ਦਾ ਹੁਕਮ ਦਿੱਤਾ। ਲੜਕੀ ਦੇ ਮਰਨ ਤੇ ਫਿਰ ਆਕਾਸ਼ਬਾਣੀ ਹੋਈ, ਕੰਸ, ਜਿਸ ਬੱਚੇ ਨੂੰ ਤੂੰ ਮਾਰਨਾ ਚਾਹੁੰਦਾ ਹੈ ਉਹ ਤਾਂ ਗੋਕਲ ਵਿੱਚ ਪਲ ਰਿਹਾ ਹੈ ਤੇ ਉਹ ਆਪਣੀ ਸ਼ਤਰੂ ਨੂੰ ਜ਼ਰੂਰ ਮਾਰੇਗਾ। ਕੰਸ ਨੂੰ ਇਹ ਸੁਣ ਕੇ ਆਪਣੀਆਂ ਸਾਰੀਆਂ ਸਕੀਮਾਂ ਤੇ ਪਾਣੀ ਫਿਰ ਗਿਆ ਨਜ਼ਰ ਆਇਆ। ਡਾਢਾ ਔਖਾ ਹੋਇਆ, ਪਰ ਹੁਣ ਕੀ ਬਣ ਸਕਦਾ ਹੈ। ਖੈਰ ਉਸਨੇ ਕੋਸ਼ਿਸ਼ ਕੀਤੀ ਕਿ ਗੋਕਲ ਦੇ ਇਸ ਮਹੀਨੇ ਦੇ ਵਿੱਚ ਜੰਮੇ ਸਭ ਬੱਚਿਆਂ ਨੂੰ ਮਰਵਾ ਦਿੱਤਾ ਜਾਵੇ। ਬੁਰੇ ਦੇ ਖਿਆਲ ਕਿੱਥੋਂ ਤੱਕ ਜਾਂਦੇ ਹਨ, ਪਰ ਇਸ ਦਾ ਖਿਆਲ ਉਸ ਸਭ ਤੋਂ ਵੱਡੇ ਪ੍ਰਭੂ ਵੱਲ ਨਹੀਂ ਜਾਂਦਾ ਕਿ ਜਿਸ ਦੇ ਹੱਥ ਵਿੱਚ ਸਭ ਨੂੰ ਮਾਰਨ, ਪਾਲਣ ਤੇ ਜੀਵਨ ਦੀ ਤਾਕਤ ਹੈ। ਹੁਣ ਕੰਸ ਨੇ ਗੋਕਲ ਤੇ ਚੜ੍ਹਾਈ ਕਰ ਦਿੱਤੀ। ਅਨਭੋਲ ਹੀ ਕਈ ਬੱਚੇ ਫੜ ਫੜ ਕੇ ਮਾਰ ਦਿੱਤੇ ਗਏ। ਨੰਦ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਬਚਾਉਣ ਲਈ ਉਸ ਸਮੇਂ ਵਿਸ਼ੇਸ਼ ਪ੍ਰਬੰਧ ਕਰ ਲਏ, ਇਸ ਲਈ ਕੰਸ ਨੂੰ ਉਹਨਾਂ ਦੀ ਖਬਰ ਹੀ ਨਾ ਲੱਗੀ। ਪਰ ਫਿਰ ਵੀ ਸੈਂਕੜੇ ਬੇਗੁਨਾਹ ਬੱਚੇ ਫੜ ਕੇ ਮਾਰ ਦਿੱਤੇ ਗਏ। ਕੰਸ ਨੂੰ ਖਿਆਲ ਹੋ ਗਿਆ ਕਿ ਇਹਨਾਂ ਬੱਚਿਆਂ ਵਿੱਚ ਮੇਰਾ ਸ਼ਤਰੂ ਜ਼ਰੂਰ ਮਾਰਿਆ ਗਿਆ ਹੋਵੇਗਾ, ਪਰ ਚਿੰਤਾ ਉਸਦੀ ਦੂਰ ਨਹੀਂ ਸੀ ਹੋਈ, ਕਿਉਂਕਿ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਮੇਰਾ ਸ਼ਤਰੂ ਗੋਕਲ ਵਿੱਚ ਪਲ ਰਿਹਾ ਹੈ। ਪਰ ਇਹ ਨਹੀਂ ਸੀ ਪਤਾ ਲੱਗਾ ਕਿ ਕਿਹਦੇ ਘਰ ਪਲ ਰਿਹਾ ਹੈ। ਸਾਲ ਕੁ ਮਗਰੋਂ ਕੰਸ ਨੇ ਫਿਰ ਜੋਤਿਸ਼ ਲਵਾਇਆ ਤਾਂ ਉਸ ਨੂੰ ਦੱਸਿਆ ਗਿਆ ਕਿ ਤੇਰਾ ਦੁਸ਼ਮਣ ਗੋਕਲ ਵਿੱਚ ਪਲ ਰਿਹਾ ਹੈ, ਅਜੇ ਉਹ ਮਰਿਆ ਨਹੀਂ। ਇਹ ਸੁਣ ਕੇ ਉਸਨੇ ਇੱਕ ਭੱਟ ਨੂੰ ਇਸ ਕੰਮ ਲਈ ਮੁਕਰਰ ਕੀਤਾ। ਉਹ ਜਾ ਕੇ ਪਤਾ ਕਰ ਆਵੇ ਕਿ ਮੇਰਾ ਦੁਸ਼ਮਣ ਕਿਸ ਦੇ ਘਰ ਹੈ। ਉਹ ਭੱਟ ਜੋਤਿਸ਼ ਵਿਦਿਆ ਤੋਂ ਵੀ ਜਾਣੂ ਸੀ। ਉਸ ਨੇ ਜਮਨਾ ਤੋਂ ਪਾਰ ਹੋ ਕੇ ਜੋਤਿਸ਼ ਲਾਇਆ ਤਾਂ ਉਸ ਨੂੰ ਮਾਲੂਮ ਹੋਇਆ ਕਿ ਗੋਕਲ ਦੇ ਫਲਾਣੇ ਹਿੱਸੇ ਵਿੱਚ
ਕੰਸ ਦਾ ਦੁਸ਼ਮਣ ਹੈ। ਉੱਥੇ ਨੰਦ ਰਾਜੇ ਦਾ ਘਰ ਸੀ। ਉਸ ਨੂੰ ਇਸ ਬਾਰੇ ਵੀ ਕੁਝ ਭੇਦ ਸੀ ਕਿ ਨੰਦ ਵਾਸਦੇਵ ਦਾ ਮਿੱਤਰ ਹੈ। ਸੋ ਹੋਵੇ ਨਾ ਤਾਂ ਕੰਸ ਦਾ ਦੁਸ਼ਮਣ ਨੰਦ ਦੇ ਘਰ ਹੀ ਹੈ। ਉਹ ਸਾਰਾ ਭੇਦ ਲੈਣ ਲਈ ਬ੍ਰਾਹਮਣ ਦਾ ਭੇਸ ਬਣਾ ਕੇ ਨੰਦ ਜੀ ਦੇ ਘਰ ਵਿੱਚ ਪੁੱਜਾ। ਬ੍ਰਾਹਮਣ ਜਾਣ ਕੇ ਨੰਦ ਜੀ ਨੇ ਉਸ ਦਾ ਬਹੁਤ ਸਤਿਕਾਰ ਸੁਆਗਤ ਕੀਤਾ ਤੇ ਆਦਰ ਨਾਲ ਬਿਠਾਇਆ। ਉਸਨੇ ਕਿਹਾ, ਮੈਂ ਸੁਣਿਆ ਹੈ ਤੁਹਾਡੇ ਘਰ ਬਾਲਕ ਨੇ ਜਨਮ ਲਿਆ ਹੈ। ਹਾਂ, ਭਗਵਾਨ ਦੀ ਕਿਰਪਾ ਨਾਲ ਬਾਲਕ ਨੇ ਜਨਮ ਲਿਆ ਹੈ, ਜੋ ਬੜਾ ਸ੍ਰੇਸ਼ਟ ਦੱਸਦੇ ਹਨ। ਕਿੱਥੇ ਹੈ, ਮੈਨੂੰ ਵੀ ਦਿਖਾਓ, ਨਾਲੇ ਉਸ ਦੀ ਜਨਮ ਪੱਤਰੀ ਵੀ ਵਿਖਾਓ। ਨੰਦ ਜੀ ਨੇ ਸਭ ਕੁਝ ਦਿਖਾਇਆ। ਨੰਦ ਜੀ ਨੂੰ ਪੁੱਤਰੀ ਲਿਖ ਕੇ ਦੇਣ ਵਾਲੇ ਪੰਡਤ ਨੇ ਦੱਸਿਆ ਸੀ ਕਿ ਇਹ ਬਾਲਕ ਭਗਵਾਨ ਦਾ ਅਵਤਾਰ ਪ੍ਰਗਟ ਹੋਇਆ ਹੈ। ਨੰਦ ਜੀ ਨੇ ਸਭ ਕੁਝ ਦਿਖਾਇਆ ਤੇ ਨੰਦ ਜੀ ਨੂੰ ਪੱਤਰੀ ਲਿਖ ਕੇ ਦੇਣ ਵਾਲੇ ਪੰਡਤ ਨੇ ਦੱਸਿਆ ਸੀ ਕਿ ਇਹ ਬਾਲਕ ਭਗਵਾਨ ਦਾ ਅਵਤਾਰ ਪ੍ਰਗਟ ਹੋਇਆ ਹੈ ਤੇ ਧਰਮ ਦੇ ਦੁਖੀਆਂ ਦਾ ਇਹ ਸੰਘਾਰ ਕਰੇਗਾ ਤੇ ਗੋਕਲ ਵਾਸੀਆਂ ਦਾ ਵੀ ਸਹਾਇਕ ਹੋਵੇਗਾ। ਪਰ ਇਸ ਕੰਸ ਦੇ ਭੇਜੇ ਹੋਏ ਪੰਡਤ ਨੇ ਕਿਹਾ, ਇਹ ਬਾਲਕ ਤਾਂ ਤੁਹਾਡੇ ਲਈ ਬੜਾ ਦੁਖਦਾਈ ਸਾਬਤ ਹੋਵੇਗਾ, ਇਸ ਲਈ ਇਸ ਦਾ ਤਿਆਗ ਕਰਨਾ ਹੀ ਤੁਹਾਡੇ ਭਲੇ ਵਾਲੀ ਗੱਲ ਹੈ। ਪਰ ਇਸ ਨੂੰ ਮੰਨਦਾ ਕੌਣ? ਉਹਨਾਂ ਨੂੰ ਝੱਟ ਇਹ ਗੱਲ ਫੁਰ ਗਈ ਕਿ ਇਹ ਵੀ ਕੋਈ ਕੰਸ ਦਾ ਹੀ ਆਦਮੀ ਹੈ। ਸੋ ਔਰਤਾਂ ਤੇ ਹੋਰ ਗੋਕਲ ਵਾਸੀਆਂ ਨੇ ਰਲ ਕੇ ਉਸ ਨੂੰ ਬੜਾ ਬੇਇੱਜ਼ਤ ਕੀਤਾ ਤੇ ਕੁੱਟ ਮਾਰ ਕੇ ਸ਼ਹਿਰ ਤੋਂ ਬਾਹਰ ਕੱਢ ਦਿੱਤਾ। ਕੰਸ ਦਾ ਆਦਮੀ ਬੇਇੱਜ਼ਤੀ ਕਰਾ ਕੇ ਵਾਪਸ ਮਥੁਰਾ ਪੁੱਜਾ ਤੇ ਉਸਨੇ ਕੰਸ ਨੂੰ ਕਿਹਾ, ਤੇਰਾ ਦੁਸ਼ਮਣ ਤਾਂ ਸੱਚਮੁੱਚ ਹੀ ਨੰਦ ਰਾਜੇ ਦੇ ਘਰ ਵਿੱਚ ਪਲ ਰਿਹਾ ਹੈ, ਪਰ ਮਾਲੂਮ ਹੁੰਦਾ ਹੈ ਕਿ ਬਾਲਕ ਬੜੇ ਉੱਚੇ ਭਾਗਾਂ ਵਾਲਾ ਤੇ ਐਸ਼ਵਰਜ ਵਾਲਾ ਹੀ ਹੋਵੇਗਾ। ਉਹ ਤੇਰੇ ਹੱਥੋਂ ਮਰੇਗਾ ਨਹੀਂ। ਮੇਰਾ ਜੋਤਿਸ਼ ਇਹ ਵੀ ਮੈਨੂੰ ਦੱਸ ਰਿਹਾ ਹੈ, ਕਿਉਂਕਿ ਤੇਰੇ ਇੰਨੇ ਦਾਓ ਘਾਤਾਂ ਤੋਂ ਬਚ ਜਾਣ ਵਾਲਾ ਇਹ ਪ੍ਰਤਾਪੀ ਬਾਲਕ ਤੈਥੋਂ ਮਰੇਗਾ ਨਹੀਂ। ਉਸ ਬਾਲਕ ਦਾ ਚਿਹਰਾ ਦੱਸਦਾ ਹੈ ਕਿ ਉਹ ਸੱਚਮੁੱਚ ਹੀ ਕੋਈ ਤਪਸਵੀ ਅਵਤਾਰ ਪੁਰਸ਼ ਪੈਦਾ ਹੋਇਆ ਹੈ ਤੇ ਦੁਨੀਆ ਵਿੱਚ ਉਸ ਦਾ ਭਾਰੀ ਪ੍ਰਤਾਪ ਹੋਵੇਗਾ। ਕੰਸ ਹੁਣ ਸੋਚੀ ਪੈ ਗਿਆ ਕਿ ਕੀ ਕੀਤਾ ਜਾਵੇਗਾ। ਉਸਨੇ ਆਪਣੇ ਅਹਿਲਕਾਰਾਂ ਨਾਲ ਵੀ ਇਸ ਬਾਰੇ ਸਲਾਹ ਮਸ਼ਵਰੇ ਕੀਤੇ ਤੇ ਅਖੀਰ ਫੈਸਲਾ ਕੀਤਾ, ਕਿਸੇ ਜਾਦੂਗਰਨੀ ਜਾਂ ਅਣਖੇਲੀ ਇਸਤਰੀ ਨੂੰ ਭੇਜਣਾ ਚਾਹੀਦਾ ਹੈ, ਜੋ ਚਾਲ ਨਾਲ ਹੀ ਉਸ ਨੂੰ ਚੁੱਕ ਲਿਆਵੇ ਜਾਂ ਮਾਰ ਆਵੇ। ਜੋਤਿਸ਼ ਵਿਦਿਆ ਤੇ ਯਕੀਨ ਰੱਖਣ ਵਾਲੇ ਕੰਸ ਹੁਣ ਜੋਤਿਸ਼ ਵਿਦਿਆ ਦੀ ਇਸੇ ਗੱਲ ਤੇ ਯਕੀਨ ਨਾ ਲਿਆ ਕਿ ਇਹ ਬਾਲਕ ਉਸ ਤੋਂ ਮਰੇਗਾ ਨਹੀਂ, ਪਰ ਉਹ ਬਾਲਕ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਨੂੰ ਛੱਡ ਨਾ ਸਕਿਆ। ਠੀਕ ਹੈ, ਉਸ ਦੀ ਮੌਤ ਹੀ ਉਸ ਕੋਲੋਂ ਅਜਿਹਾ ਕੁਝ ਕਰਵਾ ਰਹੀ ਸੀ। ਸੋ ਇਸ ਕੰਸ ਲਈ ਉਸ ਨੂੰ ਪੂਤਨਾ ਮਿਲ ਗਈ, ਜੋ ਆਪਣੇ ਵਕਤ ਦੀ ਸਭ ਤੋਂ ਵੱਡੀ ਜਾਦੂਗਰਨੀ ਤੇ ਸਰੀਰ ਨੂੰ ਵਧਾ ਘਟਾ ਲੈਣ ਵਾਲੀ ਬੇਹੱਦੀ ਚੁਸਤ ਤੇ ਚਲਾਕ ਸੀ। ਉਸ ਨੂੰ ਸਾਰਾ ਪ੍ਰੋਗਰਾਮ ਦੱਸ ਕੇ ਨੰਦ ਰਾਜੇ ਦੇ ਘਰ ਦਾ ਪੂਰਾ ਪਤਾ ਟਿਕਾਣਾ ਦਿੱਤਾ ਗਿਆ। ਉਹ ਕਿਸੇ ਤਰ੍ਹਾਂ ਬਾਲਕ ਨੂੰ ਜਾਂ ਤਾਂ ਮਾਰ ਦੇਵੇ ਜਾਂ ਆਪਣੀ ਚਲਾਕੀ ਨਾਲ ਚੁੱਕ ਕੇ ਲੈ ਆਵੇ। ਚਲਾਕੀਆਂ ਤੇ ਵੱਲ ਛਲ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਧੋਖਾ ਦੇਣ ਵਿੱਚ ਕਾਮਯਾਬ ਹੋ ਚੁੱਕੇ ਮਨੁੱਖ ਨੂੰ ਇਹ ਮਾਣ ਹੋ ਜਾਂਦਾ ਹੈ ਕਿ ਉਹ ਬੜਾ ਚਾਤੁਰ ਚਲਾਕ ਹੈ। ਉਸ ਦੀ ਚਤੁਰਾਈ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਪੂਤਨਾ ਨੇ ਕੰਸ ਅੱਗੇ ਬੜੀਆਂ ਫੜਾਂ ਮਾਰੀਆਂ ਤੇ ਕਿਹਾ, ਇਹ ਤਾਂ ਕੰਮ ਹੀ ਕੋਈ ਨਹੀਂ, ਇਸ ਨੂੰ ਸੈਂਗੜ ਵਿੱਚ ਹੀ ਚੁੱਕ ਕੇ ਜੰਗਲ ਵਿੱਚ ਲਿਜਾ ਕੇ ਮਾਰ ਦਿਆਂਗੀ। ਸੋ ਇਹੋ ਜਿਹੀਆਂ ਗੱਲਾਂ ਕਰਕੇ ਪੂਤਨਾ ਗੋਕਲ ਵਿੱਚ ਚਲੀ ਗਈ। ਗੋਕਲ ਵਿੱਚ ਪੁੱਜ ਕੇ ਪਹਿਲੇ ਪੂਤਨਾ ਨੇ ਇਹ ਕੰਮ ਕੀਤਾ ਕਿ ਆਪਣੇ ਥਣਾਂ ਦੇ ਜ਼ਹਿਰ ਮਲ ਲਈ
ਤਾਂ ਕਿ ਬੱਚਾ ਮੂੰਹ ਲਾਉਂਦੇ ਹੀ ਤੜਫ ਪਏ ਤੇ ਮਰ ਜਾਵੇ। ਪਰ ਜਿਸ ਰਾਮ ਰਾਖੀ ਤਿਸ ਮਾਰੇ ਕੌਣ, ਇਹ ਗੱਲ ਦਾ ਉਸ ਨੂੰ ਚੇਤਾ ਨਹੀਂ ਸੀ ਆਇਆ। ਠੀਕ ਇਸੇ ਤਰ੍ਹਾਂ ਹੀ ਪ੍ਰਿਥੀ ਚੰਦ ਨੇ ਇੱਕ ਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਲਈ ਇੱਕ ਦਾਈ ਵਡਾਲੀ ਪਿੰਡ ਨੂੰ ਭੇਜੀ ਸੀ। ਪਰ ਜਿਉਂ ਹੀ ਉਸ ਦਾਈ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਿਬਾਂ ਨੇ ਇੰਨੇ ਜ਼ੋਰ ਨਾਲ ਮੂੰਹ ਕੁੱਟਿਆ ਤੇ ਇੰਨਾ ਭਾਰ ਉਸ ਦੇ ਉੱਤੇ ਪਾ ਦਿੱਤਾ ਸੀ ਕਿ ਉਸ ਦੇ ਪ੍ਰਾਣ ਪਲਾਂ ਵਿੱਚ ਹੀ ਖਤਮ ਹੋ ਗਏ ਸਨ। ਸੋ ਇਹੀ ਹਾਲ ਪੂਤਨਾ ਦਾ ਹੋਇਆ। ਭਾਈ ਗੁਰਦਾਸ ਜੀ ਲਿਖਦੇ ਹਨ, ਆਈ ਪਾਪਣ ਪੂਤਨਾ ਦੋਹੀਂ ਥਣੀ ਵੇਹੋ ਲਾਏ ਵਹੇਲੀ। ਭਾਵ ਦੋਹਾਂ ਥਣਾਂ ਨਾਲ ਆਪਣੀਆਂ ਦੋਵਾਂ ਛਾਤੀਆਂ ਨਾਲ ਵੇਹੋ ਭਾਵ ਜ਼ਹਿਰ ਲਾਈ ਉਹਨੇ। ਆਏ ਬੈਠੀ ਪਰਿਵਾਰ ਵਿੱਚ ਨੇਹੋਂ ਲਾਏ ਨਵਹਾਣ ਨਵੇਲੀ। ਸੋ ਪਰਿਵਾਰ ਵਿੱਚ ਆ ਕੇ ਬੈਠ ਗਈ ਤੇ ਨਹਾਉਣ ਦੇ ਬਹਾਨੇ ਨਾਲ ਬਾਲਕ ਨੂੰ ਫੜਨ ਲੱਗੀ। ਸੋ ਗੋਕੁਲ ਪਹੁੰਚ ਕੇ ਬੜੀ ਸੱਜ ਫੱਬ ਕੇ ਪੂਤਨਾ ਰਾਜਾ ਨੰਦ ਦੇ ਘਰ ਚਲੀ ਗਈ, ਵਧਾਈ ਦਿੱਤੀ, ਫਿਰ ਬਾਲਕ ਨਾਲ ਬੜਾ ਪਿਆਰ ਜਤਾਇਆ। ਯਸ਼ੋਦਾ ਨੇ ਉਸ ਨੂੰ ਬੜੀ ਹਿਤੂ ਸਮਝਿਆ, ਕਿਉਂਕਿ ਉਹ ਉਸ ਦੇ ਚਰਿੱਤਰਾਂ ਤੋਂ ਜਾਣੂ ਨਹੀਂ ਸੀ। ਪਰ ਭਗਵਾਨ ਨੂੰ ਕੌਣ ਛੱਲ ਸਕਦਾ ਹੈ। ਪਿਆਰ ਦੀਆਂ ਗੱਲਾਂ ਕਰਦਿਆਂ ਕਰਦਿਆਂ ਪੂਤਨਾ ਬਾਹਰ ਨਿਕਲ ਤੁਰੀ। ਬਾਹਰ ਨਿਕਲਦੇ ਹੀ ਉਸਨੇ ਆਪਣਾ ਇੱਕ ਥਣ ਸ੍ਰੀ ਕ੍ਰਿਸ਼ਨ ਜੀ ਦੇ ਮੂੰਹ ਵਿੱਚ ਪਾ ਦਿੱਤਾ ਤੇ ਆਪਣੇ ਸਰੀਰ ਨੂੰ ਇੰਨਾ ਵਧਾ ਲਿਆ ਕਿ ਪਲਾਂ ਵਿੱਚ ਹੀ ਘਰ ਤੋਂ ਦੂਰ ਚਲੀ ਗਈ। ਉਧਰ ਭਗਵਾਨ ਜੀ ਨੇ ਵੀ ਉਸ ਦਾ ਛਲ ਵੇਖਿਆ ਤਾਂ ਝੱਟ ਤਰਲੋਕੀ ਜਿੰਨੇ ਭਾਰੇ ਹੋ ਗਏ ਤੇ ਇੱਕ ਹੱਥ ਨਾਲ ਉਸ ਦੇ ਥਣ ਨੂੰ, ਉਸ ਦੀ ਧੌਣ ਨੂੰ ਇੰਨੇ ਜ਼ੋਰ ਨਾਲ ਫੜਿਆ ਕਿ ਉਹ ਬੇਵੱਸ ਹੋ ਗਈ। ਇੰਨੇ ਜ਼ੋਰ ਨਾਲ ਡਿੱਗੀ ਕਿ ਇੱਕ ਵਾਰੀ ਧਰਤੀ ਹਿੱਲ ਗਈ ਤੇ ਇੰਨਾ ਖੜਾਕ ਹੋਇਆ ਕਿ ਗੋਕਲ ਵਾਸੀ ਤਰਬ ਕੁੱਟੇ। ਇਹ ਸਭ ਖੇਲ ਕੁਛ ਮਿੰਟਾਂ ਵਿੱਚ ਹੀ ਹੋਇਆ ਸੀ ਤੇ ਯਸ਼ੋਦਾ ਵੀ ਤਰਬਕੀ ਹੋਈ ਸੋਚ ਰਹੀ ਸੀ ਕਿ ਮੇਰਾ ਲਾਲ ਕਿੱਥੇ ਚਲਾ ਗਿਆ। ਬੂਹੇ ਤੋਂ ਬਾਹਰ ਨਿਕਲੀ ਤਾਂ ਕੁਝ ਨਜ਼ਰ ਨਾ ਆਇਆ, ਤਾਂ ਫਿਰ ਗਲੀਓਂ ਬਾਹਰ ਨੱਠੀ। ਕੀ ਵੇਖਦੀ ਹੈ, ਅੱਗੇ ਪਾਪਣ ਪੂਤਨਾ ਮੂੰਹ ਅੱਡੀ ਡਿੱਗੀ ਪਈ ਹੈ ਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਉਸ ਨੂੰ ਚੰਬੜੇ ਹੋਏ ਨਾਲ ਹੀ ਪਏ ਹਨ। ਭੱਜ ਕੇ ਉਸਨੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਚੁੱਕ ਲਿਆ। ਪੂਤਨਾ ਭਾਵੇਂ ਪਾਪ ਕਰਮ ਕਰਨ ਲਈ ਤੇ ਭਗਵਾਨ ਨੂੰ ਮਾਰਨ ਆਈ ਸੀ, ਪਰ ਭਗਵਾਨ ਦੀ ਛੋਹ ਨੇ ਉਸ ਦਾ ਵੀ ਉਧਾਰ ਕਰ ਦਿੱਤਾ ਤੇ ਉਹ ਪ੍ਰਾਣਾਂ ਦੀ ਪੰਖੇਰੂ ਹੁੰਦਿਆਂ ਹੀ ਬਿਬਾਨ ਤੇ ਚੜ੍ਹ ਕੇ ਬੈਕੁੰਠਾਂ ਨੂੰ ਚਲੀ ਗਈ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।